गुरु साहब ने जिहड़ा ने कि सानू बैलेंस करना दस्सिया। नानक सतगुर भेटिए पूरी होए जुगत, हसंदियां खलंदियां पनंदियां खावंदियां विचे होवे मुक्त। गुरु साहब कहते ये नहीं कि असीं कहते कि पदार्थ की गल ना करो, पदार्थ भी सच्चाई है। ਜਿਹੜੇ ਸਿੱਧਾਂ ਨਾਲ ਗੁਰੂ ਨਾਨਕ ਦੀ ਗੋਸ਼ਟੀ ਇਹੀ ਹੋਈ ਹੈ ਨਾ ਕਿ ਗੁਰੂ ਨਾਨਕ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਇੱਦਾਂ ਨਹੀਂ ਮਤਲਬ ਦੁਨੀਆ ਚੱਲਦੀ ਕਿ ਤੁਸੀਂ ਦੁਨੀਆ ਨੂੰ ਤਿਆਗ ਦਿਓ, ਦੁਨੀਆ ਦੇ ਵਿੱਚ ਰਹਿ ਕੇ ਤੁਹਾਨੂੰ ਜਿਹੜਾ ਹੈਗਾ ਉਹਦਾ ਬਦਲਾਅ ਕਰਨਾ ਪੈਂਦਾ। ਉਹਨਾਂ ਨੂੰ ਸਿੱਧਾਂ ਨੂੰ ਇਹ ਸਮਝਾਇਆ ਕਿ ਤੁਹਾਡੇ ਵਰਗੇ ਜਿਹੜੇ ਸਿਆਣੇ ਬੰਦੇ ਆ ਉਹ ਵਿੱਚੋਂ ਦੁਨੀਆ ਹੀ ਛੱਡ ਕੇ ਚਲੇ ਜਾਣਗੇ, ਵੀ ਦੁਨੀਆ ਨੂੰ ਕੌਣ ਸੰਭਾਲੇਗਾ, ਦੁਨੀਆ ਨੂੰ ਕੌਣ ਬਦਲੇਗਾ। ਸਿੱਖ ਫਲਸਫਾ ਹੈਗਾ ਉਹ ਬਹੁਤ ਬੈਲੈਂਸ ਦੀ ਗੱਲ ਕਰਦਾ। ਉਹ ਕਹਿੰਦਾ ਕਿ ਕੱਲਾ ਜਿਹੜਾ ਪੈਸਾ ਹੈਗਾ, ਗੁਰੂ ਸਾਹਿਬ ਕਹਿੰਦੇ ਕੱਲਾ ਪੈਸਾ ਬੰਦੇ ਨੂੰ ਸੁੱਖ ਨਹੀਂ ਦੇ ਸਕਦਾ। जिस ग्रह बहुत जिस तिसे ग्रह चिंता, जिस ग्रह थोड़ी सो फिरे परमहंता, दोहू व्यवस्था ते जो मुक्ता सोही सोहेला पालीए। वो कहते भी पैसा जो होएगा जब पदार्थ है जो ज़्यादा आ जाएगा तो भी तुहाडा दुख का कारण बनेगा। रूस लड़ाई नहीं रोकना चाहता कि अमेरिका भी कहता है ये जंग जारी दे। देखो मैनूं ये लगता है कि रूस चाहता है कि ये जिहड़ी 9 मई तो पहला हो ना किसी तरह ये कह दे कि जिहड़े मेरे मकसद से जिन्हां नाल मैं लड़ाई शुरू की सी वो हुण मेरे पूरे हो गए तो हुण असीं लड़ाई जित ली है। तो उन्होंने कहा कि जो तैनूं चाहिदा है तूं साडे तो लै, जिन्ना पैसा हथियार जो किसी किस्म की तैनूं सहायता चाहिए देण नूं, ते पर लड़ाई ना बंद कर। तो ये अमरीका लड़ाई लंबी करना चाहता है, रूस चाहता है कि हुण लड़ाई खत्म की जाए। यूक्रेन चाहता है कि लड़ाई खत्म हो, कि यूक्रेन उसी जगह ते अड़िया होया। यूक्रेन का तो कोई अपना वजूद ही नहीं है। यूक्रेन तो एक मोहरा है, वो हुण इस वेले अमरीका के हत्थ च मोहरा बना हुआ। ਹੁਣ ਇਹ ਲੜਾਈ ਅਸਲ ਦੇ ਵਿੱਚ ਹੈ ਹੀ ਨਹੀਂ ਰੂਸ ਤੇ ਯੂਕਰੇਨ ਦੀ, ਲੜਾਈ ਤਾਂ ਅਮਰੀਕਾ ਤੇ ਰੂਸ ਦੀ ਹੈਗੀ। ਤੋ ਮਤਲਬ ਇਸ ਕਰਕੇ ਉਹ ਤਾਂ ਇੱਕ ਮੋਹਰਾ ਹੈਗਾ, ਉਹ ਤਾਂ ਉਹੀ ਕਰੇਗਾ ਜੋ ਅਮਰੀਕਾ ਚਾਹੁੰਦਾ ਹੈ। ਤੇ ਜਿਹੜੇ ਸਾਡੇ ਪਹਿਲੇ ਜਿਹੜੇ ਸਪਿਰਿਚੁਅਲ ਲੋਕ ਸੀਗੇ ਉਹ ਕਹਿੰਦੇ ਸੀ ਪਦਾਰਥ ਛੱਡ ਕੇ ਸੁੱਖ ਲੱਭਦਾ, ਲੇਕਿਨ ਸਿੱਖ ਫਲਸਫਾ ਇੱਕ ਫਲਸਫਾ ਹੈ, ਉਹ ਕਹਿੰਦਾ ਨਹੀਂ ਨਾ ਪਦਾਰਥ ਛੱਡਣ ਦੀ ਲੋੜ ਹੈ ਨਾ ਸਪਿਰਿਚੁਅਲਿਟੀ ਛੱਡ, ਦੋਨੋਂ ਪੱਖ ਨੂੰ ਬਰਾਬਰ ਦਾ ਬੈਲੈਂਸ ਕਰਨ ਦੀ ਲੋੜ ਹੈ। ਇਹ ਜਿਹੜੀ ਇੱਕ ਵਿਲੱਖਣਤਾ ਹੈ ਸਿੱਖ ਫਲਸਫੇ ਦੀ, ਜਿਸ ਦੀ ਅੱਜ ਦੁਨੀਆ ਨੂੰ ਲੋੜ ਹੈ। ਯੂਕਰੇਨ ਦੀ ਉੱਥੇ ਜੰਗ ਹੋਈ ਹੈ ਤੇ ਦੂਸਰੇ ਪਾਸੇ ਕੀ ਹੁਣ ਅੱਜ ਦੇ ਦੇਸ਼ ਕੀ ਸੋਚਦੇ ਨੇ ਕਿ ਉਹ ਰੂਹਾਨੀਅਤ ਵਾਲੇ ਪਾਸੇ ਚਲੇ ਗਏ ਨੇ ਕਿ ਪਦਾਰਥ ਉੱਤੇ ਹੀ ਡਿਪੈਂਡ ਨੇ। ਗੁਰੂ ਗ੍ਰੰਥ ਸਾਹਿਬ ਸੁਣਿਆ ਇਹ ਹੈਗਾ ਕਿ ਬੰਦਾ ਜਿਹੜਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਸੰਤੁਲਨ ਲਿਆਵੇ, ਬੈਲੈਂਸ ਲਿਆਵੇ, ਕਿ ਦੋਨੋਂ ਜੀਵਨ ਦੇ ਜਿਹੜੇ ਪੱਖ ਹੈ। ਕਿਉਂਕਿ ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਛਕੋ, ਜਿਹੜਾ ਇਹਦਾ ਸਿਧਾਂਤ ਹੈ ਬੈਲੈਂਸ ਦਾ ਸਿਧਾਂਤ ਹੈ। ਕਿ ਕੋਈ ਵੀ ਦੇਸ਼ ਪਾਵਰਫੁਲ ਦੂਸਰੇ ਪਾਵਰਫੁਲ ਦੇਸ਼ ਉੱਤੇ ਕਬਜ਼ਾ ਕਰ ਸਕਦਾ ਹਥਿਆਰਾਂ ਨਾਲ। ਇੱਕ ਲੜਾਈ ਜਿਹੜੀ ਹੈ ਤਕੜੇ ਔਰ ਮਾੜੇ ਦੇਸ਼ 'ਚ ਹੁੰਦੀ ਹੈ ਤਾਂ ਜ਼ਾਹਰ ਹੈ ਕਿ ਸਾਨੂੰ ਸਾਡੀ ਹਮਦਰਦੀ ਮਾੜੇ ਨਾ ਹੋਣੀ ਚਾਹੀਦੀ ਹੈ। ਗੁਰਬਾਣੀ ਵੀ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਵੇ। ਜੇ ਤਾਂ ਬਰਾਬਰ ਦੀ ਟੱਕਰ ਹੈ ਫਿਰ ਤਾਂ, ਲੇਕਿਨ ਜੇ ਮਾੜੇ ਨੂੰ ਤਕੜਾ ਮਾਰ ਰਿਹਾ ਤਾਂ ਘੱਟੋ ਘੱਟ ਸਾਨੂੰ ਮਾੜੇ ਦਾ ਸਾਥ ਦੇਣਾ ਚਾਹੀਦਾ। ਲੜਾਈ ਤਾਂ ਅਮਰੀਕਾ ਤੇ ਰੂਸ ਦੀ ਹੋ ਰਹੀ ਹੈ, ਰੂਸ ਨੂੰ ਸਿਰਫ ਇੱਕ ਮੋਹਰੇ ਦੀ ਤਰ੍ਹਾਂ ਵਰਤਿਆ ਜਾ ਰਿਹਾ। ਹੁਣ ਇਕੱਲਾ ਰੂਸ ਹੈ, ਦੂਸਰੇ ਪਾਸੇ ਅਮਰੀਕਾ ਦੇ ਸਾਰੇ ਪੱਛਮੀ ਦੇਸ਼ ਜਿਹੜੇ ਉਹ ਰਲੇ ਹੋਏ ਆ, ਉਹ ਮਿਲ ਕੇ ਉਹਨਾਂ ਨੇ ਸਗੋਂ ਰੂਸ ਨੂੰ ਘੇਰਿਆ ਹੋਇਆ। ਤਾਂ ਉਹਦੇ 'ਚ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਤਕੜੇ ਦੇਸ਼ ਨੇ ਇੱਕ ਮਾੜੇ ਦੇਸ਼ 'ਤੇ ਕਬਜ਼ਾ ਕੀਤਾ ਹੋਇਆ। ਤਾਂ ਮੇਰਾ ਕਹਿਣ ਦਾ ਮਤਲਬ ਕਿ ਜੇ ਅਸੀਂ ਪੂਰਾ ਸੱਚ ਲੜਾਈ ਦਾ ਦੇਖੀਏ ਫਿਰ ਸਾਡਾ ਨਜ਼ਰੀਆ ਬਦਲ ਜਾਂਦਾ ਹੈ। ਇੱਕ ਬਿਆਨ ਵੀ ਦਿੱਤਾ ਜਿਹੜਾ ਅਮਰੀਕਾ ਵੱਲੋਂ ਕਿ ਅਸੀਂ ਤਾਂ ਰੂਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਾਂ। ਤਾਂ ਰੂਸ ਨੂੰ ਕਿਉਂ ਕਮਜ਼ੋਰ ਕਰਨਾ ਚਾਹੁੰਦੇ ਹਾਂ ਕਿ ਜੇ ਰੂਸ ਕਮਜ਼ੋਰ ਹੋ ਜਾਂਦਾ ਫਿਰ ਉਹ ਚਾਈਨਾ ਦੀ ਹੈਲਪ ਨਹੀਂ ਕਰ ਸਕਦਾ। ਤਾਂ ਅਸਲੀ ਤਾਂ ਜਿਹੜਾ ਅਮਰੀਕਾ ਨੂੰ ਚੁਣੌਤੀ ਚਾਈਨਾ ਦੇ ਰਿਹਾ, ਜਿਹੜੀ ਕਿ ਆਰਥਿਕਤਾ ਉਹਦੀ ਵੱਡੀ ਹੈਗੀ। ਕੋਈ ਵੀ ਦੇਸ਼ ਇੱਕ ਨਿਊਕਲੀਅਰ ਯੂਜ਼ ਕਰ ਜਾਂਦਾ ਹੈ ਫਿਰ ਦੂਜੇ ਦੇਸ਼ ਵੀ ਰਿਐਕਟ ਕਰ ਸਕਦੇ ਆ। ਫਿਰ ਲੜਾਈ ਜਿੰਨੀ ਆਪਾਂ ਸੋਚਦੇ ਨੇ ਕਿ ਉੱਥੇ ਸੀਮਿਤ ਰਹਿ ਜਾਏਗੀ ਪਰਮਾਣੂ ਲੜਾਈ, ਉਹ ਖਤਰਾ ਇਹ ਹੈਗਾ ਕਿ ਸੀਮਿਤ ਨਹੀਂ ਰਹੇਗੀ, ਫਿਰ ਮਤਲਬ ਆਊਟ ਆਫ ਕੰਟਰੋਲ ਹੋ ਜਾਏਗੀ, ਸਾਰੀ ਦੁਨੀਆ ਉਹਦੀ ਲਪੇਟ 'ਚ ਆ ਸਕਦੀ ਹੈ। ਡਾਕਟਰ ਸਵਰਾਜ ਸਿੰਘ ਨੇ ਅੱਜ ਤੋਂ 25 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਤੇ ਸਨ 2001 ਵਿੱਚ ਇਹ ਕਿਤਾਬ ਰਿਲੀਜ਼ ਹੁੰਦੀ ਹੈ। ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡਾਕਟਰ ਸਵਰਾਜ ਸਿੰਘ ਵੱਲੋਂ। ਉਹਦੇ ਪ੍ਰੈਸ ਕਾਨਫਰੰਸ 'ਚ ਚਰਚਾ ਕੀਤੀ ਗਈ ਹੈ ਰੂਸ ਤੇ ਯੂਕਰੇਨ ਨੂੰ ਲੈ ਕੇ। ਰੂਸ ਜਰਮਨ ਉੱਤੇ ਮਈ 1945 ਨੂੰ ਜਿੱਤ ਹਾਸਲ ਕਰਦਾ। 9 ਮਈ ਆਉਣ ਵਾਲੀ ਹੈ। 9 ਮਈ ਦੇ ਆਉਣ ਵਾਲੇ ਸਮੇਂ ਵਿੱਚ ਕੀ ਰੂਸ ਡਿਕਲੇਅਰ ਕਰ ਸਕਦਾ ਕਿ ਉਹਨਾਂ ਨੇ ਵਿਕਟਰੀ ਹਾਸਲ ਕੀਤੀ ਹੈ, ਯਾਨੀ ਕਿ ਯੂਕਰੇਨ ਨੂੰ ਹਰਾ ਕੇ ਉਹ ਜਿੱਤ ਗਏ ਨੇ। ਆਉਣ ਵਾਲੀ 9 ਮਈ ਨੂੰ ਕੀ ਡਿਕਲੇਅਰ ਕੀਤਾ ਜਾ ਸਕਦਾ? ਕਿਉਂਕਿ ਪਹਿਲਾਂ ਦੀ ਚਰਚਾ ਕਰੀਏ 1992 ਦੇ ਵਿੱਚ ਸੋਵੀਅਤ ਸੰਘ ਟੁੱਟ ਜਾਂਦਾ। ਉਸ ਤੋਂ ਪਹਿਲਾਂ 1940 ਦੇ ਆਸ-ਪਾਸ ਸੋਵੀਅਤ ਸੰਘ ਦਾ ਹਿੱਸਾ ਬਣ ਜਾਂਦਾ ਹੈ ਯੂਕਰੇਨ।
ਤਾਂ ਅਹਿਮ ਸਵਾਲ ਇਹ ਹੁੰਦਾ ਕਿ ਅੱਗੇ ਜਾ ਕੇ ਨਿਊਕਲੀਅਰ ਵਾਰ ਹੋ ਸਕਦੀ ਹੈ ਔਰ ਭਾਰਤ ਇਸ ਵਿੱਚ ਕੀ ਭੂਮਿਕਾ ਨਿਭਾ ਸਕਦਾ ਹੈ? ਕੀ ਭਾਰਤ ਇਸ ਜੰਗ ਨੂੰ ਰੋਕ ਸਕਦਾ ਹੈ? ਜੇ ਭਾਰਤ ਦੇ ਦੋਨਾਂ ਦੇਸ਼ਾਂ ਨਾਲ ਗੱਲ ਕਰਦਾ ਕਿ ਅਮਰੀਕਾ ਗੱਲ ਕਰਨ ਦਊਗਾ ਕਿ ਅਮਰੀਕਾ ਵੀ ਚਾਹੁੰਦਾ ਜੰਗ ਲੱਗੀ ਰਹੇ ਔਰ ਫਾਇਦਾ ਮਿਲਦਾ ਰਹੇ। ਫਾਇਦਾ ਹੈ ਕਿਸ ਚੀਜ਼ ਦਾ? ਆਰਥਿਕ ਪੱਖੋਂ, ਪਦਾਰਥ ਪੱਖੋਂ, ਕਿਸ ਚੀਜ਼ ਦਾ ਫਾਇਦਾ ਹੋ ਰਿਹਾ? ਔਰ ਗੱਲ ਕਰਾਂਗੇ ਸਿੱਖ ਫਲਸਫੇ ਦੀ, ਜੋ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਸਿੱਖ ਫਲਸਫੇ ਤੋਂ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਦੇਖਣ ਦੀ ਲੋੜ ਹੈ। ਕਿਉਂਕਿ ਜਦੋਂ ਵੀ ਬੈਲੈਂਸ ਹੋਣ ਦੀ ਗੱਲ ਆਉਂਦੀ ਹੈ, ਪਦਾਰਥ ਤੇ ਰੂਹਾਨੀਅਤ ਹਮੇਸ਼ਾ ਹੀ ਬੈਲੈਂਸ ਕਰਕੇ ਸਿੱਖ ਫਲਸਫੇ ਵਿੱਚ ਚੱਲਦੀ ਰਹੀ ਹੈ। ਡਾਕਟਰ ਸਵਰਾਜ ਸਿੰਘ ਸਾਡੇ ਨਾਲ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਅਹਿਮ ਵਿਸ਼ਾ ਮੈਨੂੰ ਆਪਣੇ ਸਰੋਤਿਆਂ ਨਾਲ ਸਾਂਝ ਪਾਉਣ ਦਾ ਮੌਕਾ ਦੇ ਦਿਓ, ਦਰਸ਼ਕਾਂ ਨਾਲ ਸਾਂਝ ਪਾਉਣ ਦਾ ਮੌਕਾ ਦੇ ਰਹੇ ਹੋ, ਉਹਦੇ ਲਈ ਬਹੁਤ ਧੰਨਵਾਦ। ਸਰ ਪਹਿਲਾਂ ਕਿਤਾਬ ਦੀ ਗੱਲ ਕਰਾਂਗੇ। ਤੁਸੀਂ ਜੋ ਕਿਤਾਬ ਲਿਖੀ ਹੈ 5 ਸਾਲ ਪਹਿਲਾਂ 2001 ਦੇ ਵਿੱਚ ਅਮਰੀਕਾ ਵਿੱਚ ਕਿਤਾਬ ਰਿਲੀਜ਼ ਹੋਈ। ਪਹਿਲਾਂ ਮੇਰਾ ਸਵਾਲ ਹੈ ਕਿ 9 ਮਈ 1945 ਨੂੰ ਜਰਮਨ ਦੇ ਉੱਤੇ ਕਾਬੂ ਪਾ ਲੈਂਦਾ ਰੂਸ, ਵਿਕਟਰੀ ਹੋ ਜਾਂਦੀ ਹੈ, ਜਿੱਤ ਹਾਸਲ ਹੋ ਜਾਂਦੀ ਹੈ। ਕਿ ਵਾਕਈ ਹੀ ਰੂਸ ਲੜਾਈ ਨਹੀਂ ਰੋਕਣਾ ਚਾਹੁੰਦਾ ਕਿ ਅਮਰੀਕਾ ਵੀ ਕਹਿੰਦਾ ਇਹ ਜੰਗ ਜਾਰੀ ਰਹੇ? ਦੇਖੋ, ਮੈਨੂੰ ਇਹ ਲੱਗਦਾ ਹੈਗਾ ਕਿ ਰੂਸ ਚਾਹੁੰਦਾ ਕਿ ਇਹ ਜਿਹੜੀ 9 ਮਈ ਤੋਂ ਪਹਿਲਾਂ ਹੋ ਨਾ, ਕਿਸੇ ਤਰ੍ਹਾਂ ਇਹ ਕਹਿ ਦੇ ਕਿ ਜਿਹੜੇ ਮੇਰੇ ਮਕਸਦ ਸੀ, ਜਿਨ੍ਹਾਂ ਨਾਲ ਮੈਂ ਲੜਾਈ ਸ਼ੁਰੂ ਕੀਤੀ ਸੀ, ਉਹ ਹੁਣ ਮੇਰੇ ਪੂਰੇ ਹੋ ਗਏ ਆ ਅਤੇ ਹੁਣ ਅਸੀਂ ਲੜਾਈ ਜਿੱਤ ਲਈ ਹੈ। ਅਤੇ ਉਹ ਜਿਹੜੀ ਉਹਨਾਂ ਨੇ ਉਹ ਵਿਕਟਰੀ ਡੇ ਦੇ ਵਿੱਚ ਇਹ ਵੀ ਸ਼ਾਮਲ ਕਰ ਲੈਣ ਕਿ ਅਸੀਂ ਰੂਸ ਇਹ ਵੀ ਲੜਾਈ ਜਿੱਤ ਲਈ ਹੈ। ਇਹ ਉਹਨਾਂ ਦੀ ਮਤਲਬ ਮਨਸ਼ਾ ਹੈਗੀ, ਇਹ ਉਹ ਚਾਹੁੰਦੇ ਆ। ਲੇਕਿਨ ਅਮਰੀਕਾ ਹਰ ਹਾਲਤ ਦੇ ਵਿੱਚ ਅਜਿਹਾ ਹੋਣ ਨਹੀਂ ਦੇਣਾ ਚਾਹੁੰਦਾ। ਅਤੇ ਉਹਦੇ 'ਚ ਤੁਸੀਂ ਦੇਖਿਆ ਕਿ ਹੁਣੇ ਹੀ ਅਮਰੀਕਾ ਦਾ ਵਿਦੇਸ਼ ਮੰਤਰੀ ਅਤੇ ਜਿਹੜਾ ਹੈਗਾ ਰੱਖਿਆ ਮੰਤਰੀ ਦੋਨੋਂ ਹੀ ਜਿਹੜੇ ਕੀਵ ਗਏ ਨੇ ਉੱਥੇ, ਅਤੇ ਉਹਨਾਂ ਨੇ ਇਹ ਕਿਹਾ ਕਿ ਜੋ ਤੈਨੂੰ ਚਾਹੀਦਾ ਤੂੰ ਸਾਡੇ ਤੋਂ ਲੈ, ਜਿੰਨਾ ਪੈਸਾ, ਹਥਿਆਰ, ਜੋ ਕਿਸੇ ਕਿਸਮ ਦੀ ਤੈਨੂੰ ਸਹਾਇਤਾ ਚਾਹੀਦੀ ਹੈ ਦੇਣ ਨੂੰ, ਅਤੇ ਆਪਾਂ ਲੜਾਈ ਨਾ ਬੰਦ ਕਰ। ਤੋ ਇਹ ਅਮਰੀਕਾ ਲੜਾਈ ਲੰਬੀ ਕਰਨਾ ਚਾਹੁੰਦਾ, ਰੂਸ ਚਾਹੁੰਦਾ ਕਿ ਹੁਣ ਲੜਾਈ ਖਤਮ ਕੀਤੀ ਜਾਏ। ਯੂਕਰੇਨ ਚਾਹੁੰਦਾ ਕਿ ਲੜਾਈ ਖਤਮ ਹੋਵੇ ਕਿ ਯੂਕਰੇਨ ਉਸੇ ਜਗ੍ਹਾ ਤੇ ਅੜਿਆ ਹੋਇਆ? ਯੂਕਰੇਨ ਦਾ ਤਾਂ ਕੋਈ ਆਪਣਾ ਵਜੂਦ ਹੀ ਨਹੀਂ ਹੈਗਾ। ਯੂਕਰੇਨ ਤਾਂ ਇੱਕ ਮੋਹਰਾ ਹੈਗਾ, ਉਹ ਹੁਣ ਇਸ ਵੇਲੇ ਅਮਰੀਕਾ ਦੇ ਹੱਥ 'ਚ ਮੋਹਰਾ ਬਣਿਆ ਹੋਇਆ। ਹੁਣ ਇਹ ਲੜਾਈ ਅਸਲ ਦੇ ਵਿੱਚ ਹੈ ਹੀ ਨਹੀਂ ਰੂਸ ਅਤੇ ਯੂਕਰੇਨ ਦੀ, ਲੜਾਈ ਤਾਂ ਅਮਰੀਕਾ ਅਤੇ ਰੂਸ ਦੀ ਹੈਗੀ ਹੈ। ਤੋ ਮਤਲਬ ਇਸ ਕਰਕੇ ਉਹ ਤਾਂ ਇੱਕ ਮੋਹਰਾ ਹੈਗਾ, ਉਹ ਤਾਂ ਉਹੀ ਕਰੇਗਾ ਜੋ ਅਮਰੀਕਾ ਚਾਹੁੰਦਾ ਹੈਗਾ। ਆਉਣ ਵਾਲੇ ਸਮੇਂ ਵਿੱਚ ਕੀ ਦਬਦਬਾ ਅਮਰੀਕਾ ਦਾ ਘੱਟ ਹੋ ਜਾਊਗਾ? ਇਸ ਦੇਸ਼ਾਂ ਦਾ ਦਬਦਬਾ ਜ਼ਿਆਦਾ ਵੱਧ ਜਾਊਗਾ? ਦੇਖੋ, ਜਿਸ ਤਰ੍ਹਾਂ ਹੁਣ ਹੋਇਆ ਹੈਗਾ, ਹੁਣ ਸਾਰੀ ਦੁਨੀਆ ਮਤਲਬ ਜੋ ਮਰਜ਼ੀ, ਹਾਲਾਂਕਿ ਜਿਹੜਾ ਮੀਡੀਆ ਹੈਗਾ ਉਹ ਤਾਂ ਅਮਰੀਕਾ ਦੇ ਜਾਂ ਪੱਛਮੀ ਦੇਸ਼ਾਂ ਦੇ ਹੱਕ 'ਚ ਹੈ, ਉਹ ਤਾਂ ਉਹਨਾਂ ਦੇ ਹੱਥ 'ਚ ਹੈ। ਲੇਕਿਨ ਫਿਰ ਵੀ ਲੋਕ ਜਿਹੜੇ ਨੇ ਇਹਨੂੰ ਮਤਲਬ ਜਿਹੜਾ ਰੂਸ ਦੇ ਜਿੱਤ ਔਰ ਅਮਰੀਕਾ ਦੀ ਹਾਰ ਮੰਨਣਗੇ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਅਤੇ ਜਿਹੜੇ ਪੱਛਮੀ ਦੇਸ਼ ਸਿੱਧੀ ਲੜਾਈ 'ਚ ਨਹੀਂ ਆਏ। ਇਹਦਾ ਮਤਲਬ ਥੋੜ੍ਹਾ ਬਹੁਤਾ ਰੂਸ ਤੋਂ ਡਰਦੇ ਹੈਗੇ। ਦੂਸਰੀ ਚੀਜ਼ ਕਿ ਜਿਹੜੇ ਉਹਨਾਂ ਦੇ ਰੂਸ ਦੇ ਜਿਹੜੇ ਉਹਨੇ ਐਲਾਨੇ ਸੀਗੇ ਮਕਸਦ, ਕੀ ਉਹਦੇ ਪੂਰੇ ਹੋਏ ਆ? ਹਾਂਜੀ, ਰੂਸ ਨੇ ਮਤਲਬ 3 ਮਕਸਦ ਜਿਹੜੇ ਐਲਾਨੇ ਸੀ ਲੜਾਈ ਦੇ, ਉਹ ਕਹਿੰਦਾ ਸੀ ਇੱਕ ਤਾਂ ਜਿਹੜਾ ਕਿ ਯੂਕਰੇਨ ਨੂੰ ਮੈਂ ਨਾਟੋ ਦਾ ਮੈਂਬਰ ਨਹੀਂ ਬਣਨ ਦੇਣਾ। ਦੂਜਾ ਉਹ ਕਹਿੰਦਾ ਸੀ ਕਿ ਯੂਕਰੇਨ ਦੇ ਵਿੱਚ ਜਿਹੜੇ ਨਿਓ ਨਾਜ਼ੀ ਹੈਗੇ ਆ, ਹਾਂਜੀ, ਉਹ ਅਤੇ ਜਿਹੜੀ ਯੂਕਰੇਨ ਦੀ ਜਿਹੜੀ ਫੌਜੀ ਤਾਕਤ ਹੈ ਉਹਨੂੰ ਅਸੀਂ ਮਤਲਬ ਇੰਨੀ ਨਹੀਂ ਰਹਿਣ ਦੇਣਾ ਕਿ ਅੱਗੇ ਰੂਸ ਨਾਲ ਲੜ ਸਕੇ ਫਿਰ। ਹਾਂਜੀ, ਤੀਜਾ ਉਹਦਾ ਮਕਸਦ ਇਹ ਸੀਗਾ ਕਿ ਇੱਕ ਜਿਹੜਾ ਰੂਸ ਦਾ ਮਤਲਬ ਯੂਕਰੇਨ ਦਾ ਪੂਰਬੀ ਹਿੱਸਾ ਹੈਗਾ, ਜਿਹਨੂੰ ਡੌਨਬਾਸ ਦਾ ਇਲਾਕਾ ਕਹਿੰਦੇ ਹੈਗੇ, ਉੱਥੇ ਜਿਹੜੇ ਰੂਸੀ ਲੋਕਾਂ ਦੀ ਬਹੁ ਗਿਣਤੀ ਹੈਗੀ ਉਸ ਇਲਾਕੇ 'ਚ, ਉਹ ਉਹਨਾਂ ਨੇ ਇੱਕ ਬਾਕੀ ਦੇ ਯੂਕਰੇਨ ਨਾਲੋਂ ਇੱਕ ਆਜ਼ਾਦ ਦੇਸ਼ ਬਣਾ ਦੇਣਾ। ਇੱਕ ਉਹਨਾਂ ਦਾ ਹੈਗਾ ਕ੍ਰੀਮੀਆ, 2014 ਦੇ ਵਿੱਚ ਉਹਨਾਂ ਨੇ ਉਹ ਲੈ ਲਿਆ ਸੀਗਾ। ਹੁਣ ਉਹਨਾਂ ਨੇ ਕਿਹਾ ਸੀਗਾ ਇਹਨਾਂ ਦੋਨਾਂ ਨੂੰ ਜੋੜਨ ਦੇ ਲਈ ਆਪਸ ਦੇ ਵਿੱਚ, ਇਹਨੂੰ ਕੋਰੀਡੋਰ ਕਹਿੰਦੇ ਅੰਗਰੇਜ਼ੀ ਦੇ ਵਿੱਚ, ਪੰਜਾਬੀ 'ਚ ਕਹਿੰਦੇ ਗਲਿਆਰਾ ਮਤਲਬ, ਅਤੇ ਇਹ 3 ਉਹਨਾਂ ਨੂੰ ਕ੍ਰੀਮੀਆ ਨੂੰ ਇਹਦੇ ਨਾਲ ਜੋੜਨਾ ਹੈਗਾ। ਅਤੇ ਉਹਦੇ ਵਿੱਚ ਇਹ ਜਿਹੜਾ ਸ਼ਹਿਰ ਪੈਂਦਾ ਮਾਰੀਓਪੋਲ, ਇਹ ਦੋਨਾਂ ਦੇ ਵਿੱਚ, ਅਤੇ ਉੱਥੇ ਬਹੁਤ ਸਖਤ ਲੜਾਈ ਹੋਈ ਆ। ਹੁਣ ਸਵਾਲ ਇਹ ਹੈਗਾ ਕਿ ਕੀ ਮਤਲਬ ਜਿਹੜੇ ਰੂਸ ਨੇ ਆਪਣੇ 3 ਮਕਸਦ ਹਾਸਲ ਕਰ ਲਏ ਆ। ਹੁਣ ਇਹ ਤਾਂ ਸਾਰੇ ਹੁਣ ਯੂਕਰੇਨ ਖੁਦ ਹੀ ਕਹਿੰਦਾ ਕਿ ਅਸੀਂ ਨਾਟੋ ਦਾ ਮੈਂਬਰ ਨਹੀਂ ਬਣਨਾ। ਤਾਂ ਦੂਸਰਾ ਜਿਹੜਾ ਹੈਗਾ ਕਿ ਜਿਹੜੇ ਮਾਰੀਓਪੋਲ ਹੈਗਾ ਸ਼ਹਿਰ, ਜਿਹੜੇ ਨਾਜ਼ੀ ਹੈਗੇ ਆ, ਸਾਰਿਆਂ ਤੋਂ ਜ਼ਿਆਦਾ ਜਿਹੜੇ ਨਿਓ ਨਾਜ਼ੀਆਂ ਦੀ ਉੱਥੇ ਜਿਹੜੀ ਹੈ, ਉੱਥੇ ਇੱਕ ਮਤਲਬ ਐਜ਼ੋਵ ਬ੍ਰਿਗੇਡ ਹੈਗਾ ਇਹਨਾਂ ਦਾ, ਜਿਹਨੂੰ ਐਜ਼ੋਵ ਨਾਂ ਹੈਗਾ, ਜਿਹੜਾ ਸਾਗਰ ਨਾਲ ਜਿਹੜਾ ਬਲੈਕ ਸੀ ਹੈ ਉਹਦਾ ਇੱਕ ਹਿੱਸਾ ਹੈ ਜਿਹਨੂੰ ਐਜ਼ੋਵ ਸੀ ਕਹਿੰਦੇ ਆ, ਉਹਦੇ ਉੱਪਰ ਮਾਰੀਓਪੋਲ ਸਥਿਤ ਹੈ। ਹੁਣ ਜਿਹੜਾ ਉਹਦਾ ਨਾਂ ਹੀ ਐਜ਼ੋਵ ਬ੍ਰਿਗੇਡ ਹੈ, ਜਿਹੜੇ ਨਾਜ਼ੀ ਨੇ ਨਾ, ਅਤੇ ਉਹ ਹੁਣ ਉੱਥੇ ਇੱਕ ਬਹੁਤ ਵੱਡੀ ਫੈਕਟਰੀ ਹੈਗੀ ਆ ਜਿਹੜੀ 11 ਕਿਲੋਮੀਟਰ 'ਚ, ਉਹਦਾ ਨਾਂ ਐਜ਼ੋਵਸਤਾਲ ਹੈ।
ਹੁਣ ਉੱਥੇ ਉਹਨਾਂ ਨੇ ਆਪਣਾ ਆਧਾਰ ਬਣਾਇਆ ਹੋਇਆ ਸੀ। ਹੁਣ ਉਹ ਕਾਫੀ ਸਾਰੇ ਤਾਂ ਮਾਰੇ ਜਾ ਚੁੱਕੇ ਆ, ਕੁਛ ਨੇ ਸਰੈਂਡਰ ਕਰਤਾ ਹੈਗਾ, ਤਾਂ 1000-2000 ਸਿਰਫ ਬੱਚੇ ਨੇ ਹੁਣ ਉਹ ਘਿਰੇ ਹੋਏ ਨੇ। ਹੁਣ ਮਤਲਬ ਜਿਹੜਾ ਹੈਗਾ ਤਾਂ ਉਹਨਾਂ ਦੀ ਤਕਰੀਬਨ ਜਿਹੜੀ ਉਹਨਾਂ ਦੀ ਹੋਂਦ ਖਤਮ ਹੋ ਗਈ ਹੈ। ਜਿਹੜੇ ਮੇਨ ਜਿਹੜੇ ਜਿਹਨੂੰ ਰੂਸ ਕਹਿੰਦਾ ਸੀ ਵੀ ਨਾਜ਼ੀ ਜਿਹੜੇ ਇਹਨਾਂ ਨੂੰ ਖਤਮ ਕਰਨਾ, ਉਹ ਵੀ ਖਤਮ ਹੋ ਗਏ। ਤੇ ਰੂਸ ਜਿਹੜੀ ਯੂਕਰੇਨ ਦੀ ਜਿਹੜੀ ਫੌਜੀ ਤਾਕਤ ਵੀ ਜਿਹੜੀ ਲਗਭਗ ਉਹਨੇ ਤਬਾਹ ਕਰਤੀ ਹੈ ਕਿ ਜਿੰਨੇ ਉਹਨਾਂ ਦੀਆਂ ਫੈਕਟਰੀਆਂ ਹਥਿਆਰ ਬਣਾਉਣ ਵਾਲੀਆਂ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਤਬਾਹ ਕਰਤੀਆਂ ਹੈ। ਸਰ, ਜੇ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਦੇਸ਼ ਜੰਗ ਲਾ ਕੇ ਦੂਸਰੇ ਦੇਸ਼ ਉੱਤੇ ਕਾਬੂ ਪਾ ਸਕਦਾ ਹੈ, ਹੁਣ ਆਪਾਂ ਦੇਖਿਆ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਰੂਸ ਦਾ, ਹਥਿਆਰ ਵੀ ਲੱਗ ਰਹੇ ਨੇ, ਇਹਨਾਂ ਅਰਬਾਂ ਖਰਬਾਂ ਰੁਪਏ ਵੀ ਲੱਗ ਗਏ, ਯੂਕਰੇਨ ਵਿੱਚ ਨਾਗਰਿਕ ਵੀ ਮਾਰੇ ਗਏ, ਕਿ ਕੋਈ ਵੀ ਦੇਸ਼ ਪਾਵਰਫੁਲ ਦੂਸਰੇ ਪਾਵਰਫੁਲ ਦੇਸ਼ ਉੱਤੇ ਕਬਜ਼ਾ ਕਰ ਸਕਦਾ ਹਥਿਆਰਾਂ ਨਾਲ? ਨਹੀਂ ਕਰ ਤਾਂ ਸਕਦਾ, ਲੇਕਿਨ ਕਰਨਾ ਚਾਹੀਦਾ ਨਹੀਂ ਸਾਨੂੰ। ਮਤਲਬ ਇਹ ਤਾਂ ਦੇਖੋ, ਜੇ ਸਿੱਧੀ ਲੜਾਈ ਹੋਵੇ, ਜੇ ਇੱਕ ਲੜਾਈ ਜਿਹੜੀ ਹੈ ਤਕੜੇ ਔਰ ਮਾੜੇ ਦੇਸ਼ 'ਚ ਹੁੰਦੀ ਹੈ, ਤਾਂ ਜ਼ਾਹਰ ਹੈ ਕਿ ਸਾਨੂੰ ਸਾਡੀ ਹਮਦਰਦੀ ਮਾੜੇ ਨਾਲ ਹੋਣੀ ਚਾਹੀਦੀ ਹੈ। ਗੁਰਬਾਣੀ ਵੀ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ। ਜੇ ਤਾਂ ਬਰਾਬਰ ਦੀ ਟੱਕਰ ਹੈ ਫਿਰ ਤਾਂ, ਲੇਕਿਨ ਜੇ ਮਾੜੇ ਨੂੰ ਤਕੜਾ ਮਾਰ ਰਿਹਾ ਤਾਂ ਘੱਟੋ ਘੱਟ ਸਾਨੂੰ ਮਾੜੇ ਦਾ ਸਾਥ ਦੇਣਾ ਚਾਹੀਦਾ। ਲੇਕਿਨ ਹੁਣ ਆਪਾਂ ਜਿਹੜੇ ਇਹ ਮਸਲਾ ਜੇ ਤਾਂ ਆਪਾਂ ਦੇਖਦੇ ਹਾਂ, ਜੇ ਤਾਂ ਸਿੱਧਾ ਜਿਹੜਾ ਦੇਖਦੇ ਹਾਂ, ਪ੍ਰਤੱਖ ਦੇਖਦੇ ਹਾਂ, ਤਾਂ ਇਹੀ ਲੱਗਦਾ ਕਿ ਰੂਸ ਐਡਾ ਵੱਡਾ ਤਕੜਾ ਦੇਸ਼ ਹੈ, ਯੂਕਰੇਨ ਛੋਟਾ ਜਿਹਾ ਦੇਸ਼ ਹੈ, ਉਹਦੇ ਮੁਕਾਬਲੇ ਕਮਜ਼ੋਰ ਹੈ, ਉਹ ਉਹਨੂੰ ਕੁੱਟ ਰਿਹਾ। ਤਾਂ ਲੇਕਿਨ ਸੱਚਾਈ ਇਹ ਨਹੀਂ ਹੈਗੀ। ਸੱਚਾਈ ਜਿਹੜੀ ਇਹ ਹੈ ਕਿ ਜੋ ਸਾਨੂੰ ਦਿਸ ਰਿਹਾ ਉਹ ਮਤਲਬ ਸੱਚ ਨਹੀਂ ਹੈਗਾ। ਅਸਲੀ ਸੱਚ ਇਹ ਹੈ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਨਹੀਂ ਹੋ ਰਹੀ, ਲੜਾਈ ਤਾਂ ਅਮਰੀਕਾ ਅਤੇ ਰੂਸ ਦੀ ਹੋ ਰਹੀ ਹੈ। ਰੂਸ ਨੂੰ ਸਿਰਫ ਇੱਕ ਮੋਹਰੇ ਦੀ ਤਰ੍ਹਾਂ ਵਰਤਿਆ ਜਾ ਰਿਹਾ। ਹੁਣ ਇਕੱਲਾ ਰੂਸ ਹੈ, ਦੂਸਰੇ ਪਾਸੇ ਅਮਰੀਕਾ ਅਤੇ ਸਾਰੇ ਦੇ ਸਾਰੇ ਪੱਛਮੀ ਦੇਸ਼ ਜਿਹੜੇ ਉਹ ਰਲੇ ਹੋਏ ਆ, ਉਹ ਮਿਲ ਕੇ ਉਹਨਾਂ ਨੇ ਸਗੋਂ ਰੂਸ ਨੂੰ ਘੇਰਿਆ ਹੋਇਆ। ਤਾਂ ਉਹਦੇ 'ਚ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਤਕੜੇ ਦੇਸ਼ ਨੇ ਇੱਕ ਮਾੜੇ ਦੇਸ਼ 'ਤੇ ਕਬਜ਼ਾ ਕੀਤਾ ਹੋਇਆ। ਤਾਂ ਮੇਰਾ ਕਹਿਣ ਦਾ ਮਤਲਬ ਕਿ ਜੇ ਅਸੀਂ ਪੂਰਾ ਸੱਚ ਲੜਾਈ ਦਾ ਦੇਖੀਏ, ਫਿਰ ਸਾਡਾ ਨਜ਼ਰੀਆ ਬਦਲ ਜਾਂਦਾ। ਫਿਰ ਸਾਨੂੰ ਲੱਗਦਾ ਕਿ ਨਹੀਂ, ਇਹ ਤਾਂ ਸਾਰੇ ਪੱਛਮੀ ਦੇਸ਼ ਮਿਲ ਕੇ ਰੂਸ ਨੂੰ ਕੁੱਟ ਰਹੇ ਨੇ ਜਾਂ ਰੂਸ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਗੱਲ ਤਾਂ ਫਿਰ ਸਾਰੀ ਚੌਧਰ ਦੀ ਆ ਗਈ ਨਾ, ਹਰ ਇੱਕ ਚੌਧਰ ਦੀ ਗੱਲ ਆ ਗਈ ਨਾ, ਹਰ ਇੱਕ ਦੇਸ਼ ਚੌਧਰ। ਗੱਲ ਠੀਕ ਹੈ ਕਿ ਅਮਰੀਕਾ ਆਪਣੀ ਚੌਧਰ ਕਾਇਮ ਰੱਖਣ ਵਾਸਤੇ ਜਿਹੜਾ ਹੋਰ ਉਹਦਾ ਰੂਸ ਨਾਲ ਇਹੀ ਝਗੜਾ ਨਾ ਕਿ ਅਸਲ ਦੇ ਵਿੱਚ ਤਾਂ ਅਮਰੀਕਾ ਦਾ ਜਿਹੜਾ ਝਗੜਾ, ਜਿਹੜੀ ਚੌਧਰ ਦਾ ਝਗੜਾ ਚੀਨ ਨਾਲ ਹੈ। ਕਿਉਂਕਿ ਜਿਹੜਾ ਚੀਨ ਹੈ ਉਹ ਮਤਲਬ ਆਰਥਿਕ ਤੌਰ 'ਤੇ ਬੜੀ ਵੱਡੀ ਸ਼ਕਤੀ ਬਣ ਗਿਆ ਹੈਗਾ, ਤਾਂ ਰੂਸ ਤਾਂ ਇੰਨੀ ਵੱਡੀ ਆਰਥਿਕ ਸ਼ਕਤੀ ਹੈ ਹੀ ਨਹੀਂ, ਉਹਦੇ ਤਾਂ ਬੜੀ ਛੋਟੀ ਅਮਰੀਕਾ ਦੇ ਮੁਕਾਬਲੇ। ਲੇਕਿਨ ਮਸਲਾ ਇਹ ਹੈਗਾ ਕਿ ਰੂਸ ਦਾ ਚੀਨ ਨਾਲ ਸਮਝੌਤਾ ਹੈਗਾ, ਤਾਂ ਅਮਰੀਕਾ ਸੋਚਦਾ ਜਿੰਨਾ ਚਿਰ ਰੂਸ ਕੋਲ ਫੌਜੀ ਸ਼ਕਤੀ ਹੈਗੀ ਹੈ ਉਹਨਾਂ ਚਿਰ ਉਹ ਚੀਨ ਦੇ ਉੱਪਰ ਹਮਲਾ ਨਹੀਂ ਕਰਨ ਦੇਗਾ, ਉਹ ਚੀਨ ਦੀ ਹੈਲਪ ਕਰੇਗਾ। ਤਾਂ ਉਹ ਕਹਿੰਦੇ ਕਿ ਰੂਸ ਨੂੰ ਕਮਜ਼ੋਰ ਕਰਤਾ ਜਾਵੇ। ਉਹਨਾਂ ਨੇ ਅੱਜ ਹੀ ਇੱਕ ਬਿਆਨ ਵੀ ਦਿੱਤਾ ਜਿਹੜਾ ਅਮਰੀਕਾ ਵੱਲੋਂ ਕਿ ਅਸੀਂ ਤਾਂ ਰੂਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਾਂ। ਤਾਂ ਰੂਸ ਨੂੰ ਕਿਉਂ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਜੇ ਰੂਸ ਕਮਜ਼ੋਰ ਹੋ ਜਾਂਦਾ ਫਿਰ ਉਹ ਚਾਈਨਾ ਦੀ ਹੈਲਪ ਨਹੀਂ ਕਰ ਸਕਦਾ। ਤਾਂ ਅਸਲੀ ਤਾਂ ਜਿਹੜਾ ਅਮਰੀਕਾ ਨੂੰ ਚੁਣੌਤੀ ਚਾਈਨਾ ਦੇ ਰਿਹਾ, ਜਿਹੜੀ ਕਿ ਆਰਥਿਕਤਾ ਉਹਦੀ ਵੱਡੀ ਹੈਗੀ। ਤਾਂ ਇਸ ਕਰਕੇ ਉਹਨਾਂ ਨੂੰ ਰੂਸ ਨੂੰ ਕਮਜ਼ੋਰ ਕਰਨਾ ਆਪਣੀ ਚੌਧਰ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੋ ਗਿਆ ਉਹਨਾਂ ਲਈ। ਹੁਣ ਤੁਸੀਂ ਇਹ ਵੀ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀਤਾ ਸੀ ਕਿ ਇਸ ਦੋਨੋਂ ਦੇਸ਼ਾਂ ਵਿੱਚ ਜੇ ਕੋਈ ਭੂਮਿਕਾ ਨਿਭਾ ਸਕਦਾ ਹੈ ਜੰਗ ਰੋਕਣ ਲਈ, ਉਹ ਭਾਰਤ ਹੈ। ਭਾਰਤ ਹੀ ਕਿਉਂ? ਭਾਰਤ ਇਸ ਕਰਕੇ ਕਿ ਦੇਖੋ, ਭਾਰਤ ਦੇ ਦੋਨਾਂ ਧਿਰਾਂ ਨਾਲ ਅੱਛੇ ਸੰਬੰਧ ਹੈ, ਕਿਉਂਕਿ ਕੋਈ ਵੀ ਹੋਰ ਦੇਸ਼ ਦਾ ਇੱਦਾਂ ਹੈ ਨਹੀਂ ਕਿ ਪੁਤਿਨ ਨਾਲ ਜੇ ਕੋਈ ਗੱਲ ਕਰ ਸਕਦਾ ਮੋਦੀ ਕਰ ਸਕਦਾ। ਸਾਡਾ ਜਿਹੜਾ ਭਾਰਤ ਦਾ ਜਿਹੜਾ ਉਹ ਗੱਲ ਸੁਣੇਗਾ ਕੋਈ ਵੀ ਪ੍ਰਧਾਨ ਮੰਤਰੀ ਹੋਵੇ। ਤਾਂ ਮਤਲਬ ਕਿਉਂਕਿ ਰੂਸ ਇਹ ਸਮਝਦਾ ਕਿ ਭਾਰਤ ਮੇਰਾ ਮਿੱਤਰ ਹੈ, ਮੇਰਾ ਦੋਸਤ ਹੈ, ਤਾਂ ਉਹ ਦੋਸਤ ਦੀ ਗੱਲ ਸਮਝੇਗਾ। ਉਹ ਕਹੇਗਾ ਜੇ ਭਾਰਤ ਉਹਨੂੰ ਕੋਈ ਦੇਵੇਗਾ ਸਲਾਹ, ਜੇ ਤੁਸੀਂ ਕਹਿੰਦੇ ਹੋ ਜੇ ਤੁਹਾਡਾ ਦੋਸਤ ਤੁਹਾਡੇ ਨਾਲ ਗੱਲ ਕਰਦਾ ਤਾਂ ਤੁਸੀਂ ਉਹਦੀ ਗੱਲ ਸੁਣੋਗੇ। ਜਿਹੜੇ ਬੰਦੇ ਨਾਲ ਤੁਹਾਡੇ ਦੁਸ਼ਮਣੀ ਆ ਤੁਸੀਂ ਉਹਦੀ ਗੱਲ ਕਿੱਥੋਂ ਸੁਣੋਗੇ? ਤੁਸੀਂ ਕਹੋਗੇ ਇਹ ਤਾਂ ਯਾਰ ਮੈਨੂੰ ਠੀਕ ਸਲਾਹ ਥੋੜ੍ਹੀ ਦੇਵੇਗਾ, ਇਹ ਤਾਂ ਮੇਰਾ ਦੁਸ਼ਮਣ ਹੈ। ਹੁਣ ਰੂਸ ਸਮਝਦਾ ਕਿ ਭਾਰਤ ਮੇਰਾ ਮਿੱਤਰ ਹੈ, ਪਰਖਿਆ ਹੋਇਆ ਮਿੱਤਰ ਹੈ, ਇਸ ਕਰਕੇ ਜਿਹੜੀ ਵੀ ਗੱਲ ਕਰਦਾ ਹੈ ਮੇਰੇ ਫਾਇਦੇ ਦੀ ਹੈ। ਤਾਂ ਭਾਰਤ ਉਹਨੂੰ ਮਤਲਬ ਇਹੀ ਕਹੇਗਾ ਨਾ ਕਿ ਦੇਖੋ ਬਈ ਆਪਾਂ ਮਤਲਬ ਤੁਸੀਂ ਜਿਹੜੀ ਨਿਊਕਲੀਅਰ ਹੈ ਨਾ, ਹੁਣ ਭਾਰਤ ਇਹ ਕਰ ਸਕਦਾ ਕਿ ਨਿਊਕਲੀਅਰ ਪਾਵਰ ਜਿਹੜੀ ਹੈ ਉਹਨੂੰ ਕਹੇ ਰੂਸ ਨੂੰ ਕਿ ਇਹ ਨਾ ਵਰਤ ਤੂੰ ਵੀ ਹਾਲੇ ਜਿਹੜਾ ਨਾ ਵੀ ਜੇ ਤਾਂ ਠੀਕ ਹੈ ਵੀ ਇਹ ਤਾਂ ਜਾਇਜ਼ ਹੈ ਵੀ ਜੇ ਤੈਨੂੰ ਆਪਣੀ ਹੋਣ ਦੀ ਖਤਰੇ 'ਚ ਨਜ਼ਰ ਆਉਂਦੀ ਹੈ ਫਿਰ ਤਾਂ ਅਗਲਾ ਜਿਹੜਾ ਵੀ ਉਹਦੇ ਕੋਲ ਹਥਿਆਰ ਵਰਤੇਗਾ। ਲੇਕਿਨ ਉਸ ਤੋਂ ਪਹਿਲਾਂ ਜੇ ਫਰਜ਼ ਕਰੋ ਇਹ ਕਹੇ ਕਿ ਰੂਸ ਇਹ ਸੋਚਦਾ ਹੋਵੇ ਕਿ ਚਲੋ ਆਪਾਂ ਨਾ ਮਤਲਬ ਥੋੜ੍ਹੇ ਜਿਹੇ ਮਤਲਬ ਪੂਰੀ ਨਹੀਂ ਵਰਤਦੇ, ਥੋੜ੍ਹੇ ਜਿਹੇ ਮਤਲਬ ਜਿਹਨੂੰ ਕਹਿੰਦੇ ਟੈਕਟੀਕਲ ਇਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਨਿਊਕਲੀਅਰ ਹਥਿਆਰ ਵਰਤ ਕੇ ਇਹ ਲੜਾਈ ਜਲਦੀ ਜਿੱਤ ਸਕਦੇ ਹਾਂ ਵੀ, ਕਿਉਂਕਿ ਰੂਸ ਦਾ ਵੀ ਲੰਬੀ ਪਾ ਕੇ ਨੁਕਸਾਨ ਹੋ ਸਕਦਾ। ਤਾਂ ਰੂਸ ਦੇ ਮਨ 'ਚ ਇਹ ਗੱਲ ਆ ਸਕਦੀ ਹੈ ਕਿ ਮੈਂ ਜੇ ਥੋੜ੍ਹਾ ਜਿਹਾ ਨਾ ਇੱਕ ਛੋਟੀ ਜਿਹੀ ਪਾਵਰ ਸੀਮਿਤ ਨਿਊਕਲੀਅਰ ਪਾਵਰ ਯੂਜ਼ ਕਰ ਲੈਣਾ ਤਾਂ ਕਿ ਲੜਾਈ ਜਲਦੀ ਖਤਮ ਹੋ ਜਾਏ।
ਤਾਂ ਭਾਰਤ ਉਹਨੂੰ ਇਹ ਸਲਾਹ ਦੇ ਵੀ ਇਹ ਖਤਰਨਾਕ ਹੈ, ਕਿਉਂਕਿ ਜਦੋਂ ਇੱਕ ਵਾਰੀ ਨਿਊਕਲੀਅਰ ਸ਼ੁਰੂ ਹੋ ਗਈ ਫਿਰ ਇਹ ਨਹੀਂ ਨਾ ਵੀ ਛੋਟੀ ਹੈ ਕਿ ਵੱਡੀ ਹੈ, ਇਹ ਨਹੀਂ ਗੱਲ ਹੋਣੀ, ਫਿਰ ਆਊਟ ਆਫ ਕੰਟਰੋਲ ਹੋ ਸਕਦੀ ਹੈ। ਜੇ ਕੋਈ ਵੀ ਦੇਸ਼ ਇੱਕ ਨਿਊਕਲੀਅਰ ਯੂਜ਼ ਕਰ ਜਾਂਦਾ ਹੈ ਫਿਰ ਦੂਜੇ ਦੇਸ਼ ਵੀ ਰਿਐਕਟ ਕਰ ਸਕਦੇ ਆ, ਫਿਰ ਲੜਾਈ ਜਿੰਨੀ ਜੇ ਆਪਾਂ ਸੋਚਦੇ ਨਾ ਕਿ ਉੱਥੇ ਸੀਮਿਤ ਰਹਿ ਜਾਏਗੀ ਪਰਮਾਣੂ ਲੜਾਈ, ਉਹ ਖਤਰਾ ਇਹ ਹੈਗਾ ਕਿ ਫਿਰ ਸੀਮਿਤ ਨਹੀਂ ਰਹੇਗੀ, ਫਿਰ ਮਤਲਬ ਆਊਟ ਆਫ ਕੰਟਰੋਲ ਹੋ ਬਾਕੀ ਜਾਏਗੀ, ਦੇਸ਼ ਹੀ ਬਤ ਸਾਰੀ ਦੁਨੀਆ ਉਹਦੀ ਲਪੇਟ 'ਚ ਆ ਸਕਦੀ ਆ। ਤਾਂ ਇਸ ਚੀਜ਼ ਤੋਂ ਬਚਾਉਣਾ ਸਾਡਾ ਫਰਜ਼ ਹੈ ਕਿ ਭਾਰਤ ਨੂੰ ਵੀ ਕਿ ਘੱਟੋ ਘੱਟ ਲੜਾਈ ਜਿੱਦਾਂ ਦਾ ਦੇਖੋ ਲੜਾਈ ਇਸੇ ਕਰਕੇ ਹੋ ਰਹੀ ਹੈ ਨਾ ਕਿ ਇੱਕ ਵਿਸ਼ਵ ਵਿਵਸਥਾ ਜਿਹੜੀ ਵਰਲਡ ਆਰਡਰ ਹੈ ਉਹਨੂੰ ਆਪਾਂ ਬਦਲਣਾ ਚਾਹੁੰਦੇ ਹਾਂ ਕਿ ਹੁਣ ਜਿਹੜਾ ਯੂਨੀਪੋਲਰ ਸਿਸਟਮ ਹੈ ਇਹਦੀ ਥਾਂ ਆਪਾਂ ਮਲਟੀਪੋਲਰ ਲਿਆਉਣਾ ਚਾਹੁੰਦੇ ਹਾਂ। ਪਰ ਜੇ ਦੁਨੀਆ ਹੀ ਨਹੀਂ ਬਚੇਗੀ ਫਿਰ ਵਰਲਡ ਵਿਵਸਥਾ ਦਾ ਕੀ ਸਿਸਟਮ ਕਿਹੜਾ, ਫਿਰ ਤਾਂ ਉਹ ਯੂਜ਼ਲੈਸ, ਉਹਦੇ ਅਰਥਹੀਨ ਹੋ ਗਿਆ ਨਾ। ਪਹਿਲਾਂ ਦੁਨੀਆ ਤਾਂ ਬਚਣੀ ਚਾਹੀਦੀ ਹੈ ਨਾ। ਸਰ 71 ਦੀ ਗੱਲ ਕਰੀਏ, ਆਪਾਂ ਨੂੰ ਯਾਦ ਹੈ ਇਤਿਹਾਸ ਵਿੱਚ ਵੀ ਹੈ ਕਿ ਉਸ ਸਮੇਂ ਰੂਸ ਨੇ ਦਿੱਤਾ ਸੀ ਸਾਥ ਭਾਰਤ ਦਾ, ਅਮਰੀਕਾ ਖਿਲਾਫ ਸੀ। ਤੁਸੀਂ ਕਹਿ ਰਹੇ ਹੋ ਕਿ ਭਾਰਤ ਭੂਮਿਕਾ ਨਿਭਾ ਸਕਦਾ ਹੈ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ, ਵੀ ਇਹਨੂੰ ਸ਼ਾਂਤਪੂਰਵਕ ਇਸ ਦਾ ਨਿਬੇੜਾ ਹੋਵੇ। ਅਮਰੀਕਾ ਕਦਮ ਦਊਗਾ? ਅਮਰੀਕਾ ਕਿਉਂ ਕਦਮ ਦਊਗਾ? ਭਾਰਤ ਨੂੰ ਰੋਕੇਗਾ ਨਹੀਂ ਅਮਰੀਕਾ ਵੀ ਤੁਸੀਂ ਕਿਉਂ ਸ਼ਾਂਤੀ ਉੱਥੇ ਕਰਨਾ ਚਾਹੁੰਦੇ ਹੋ? ਉਹ ਤਾਂ ਖੁਦ ਚਾਹੁੰਦੇ ਕਿ ਜੰਗ ਲੱਗੀ ਦੇਵੇ। ਨਹੀਂ, ਲੇਕਿਨ ਜਦੋਂ ਜੇ ਭਾਰਤ ਨੂੰ ਇਹ ਦੇਖੋ ਨਾ, ਦੋਵਾਂ ਦੀ ਗੱਲ, ਦੋਨੋਂ ਭਾਰਤ ਦੀ ਗੱਲ ਸੁਣ ਸਕਦੇ ਆ, ਗੱਲ ਤਾਂ ਹੈ ਨਾ। ਜੇ ਭਾਰਤ ਉਹਨੂੰ ਮਤਲਬ ਇਹ ਕਹੇ ਕਿ ਦੇਖੋ ਤੁਸੀਂ ਚਾਹੁੰਦੇ ਹੋ ਕਿ ਸਾਡਾ ਜਿਹੜਾ ਚੌਧਰ ਕਾਇਮ ਰਹੇ, ਲੇਕਿਨ ਜੇ ਨਿਊਕਲੀਅਰ ਵਾਰ ਹੋ ਜਾਂਦੀ ਹੈ ਤੇ ਫਿਰ ਤਾਂ ਨਾ ਤੁਸੀਂ ਬਚਣਾ ਨਾ ਉਹਨਾਂ ਨੇ ਬਚਣਾ। ਹੁਣ ਇਹ ਅਮਰੀਕਾ ਗੱਲ ਸਮਝਦਾ, ਇਹ ਤਾਂ ਦੇਖੋ ਇਹ ਤਾਂ ਸਮਝ ਆ ਸਕਦੇ ਨਾ ਜੇ ਉਹਨੂੰ ਕੋਈ ਸਮਝਾਏ। ਇੰਨਾ ਤਾਂ ਮੂਰਖ ਨਹੀਂ ਨਾ ਹੈਗਾ ਅਮਰੀਕਾ ਕਿ ਤੁਸੀਂ ਵੀ ਤਾਂ ਨਾ ਬਚੋਗੇ। ਤੁਸੀਂ ਜੇ ਹੁਣ ਅਸੀਂ ਉਹਨੂੰ ਕਹੀਏ ਬਾਈ ਫਿਰ ਤਾਂ ਬਚੇਗਾ ਹੀ ਕੋਈ ਨਹੀਂ, ਤਾਂ ਫਿਰ ਸ਼ਾਇਦ ਅਮਰੀਕਾ ਸੁਣ ਲੈ ਯਾਰ ਗੱਲ ਤਾਂ ਠੀਕ ਹੈ। ਹੁਣ ਦੇਖੋ ਗੱਲ ਇਹ ਹੁੰਦੀ ਹੈ, ਹੁਣ ਜੇ ਤੁਹਾਡੇ ਕਿਸੇ ਨਾਲ ਚੰਗੇ ਸੰਬੰਧ ਹੈ ਤਾਂ ਤੁਸੀਂ ਉਹਦੀ ਗੱਲ ਸੁਣ ਲੈਂਦੇ ਹੋ, ਜਿਹਦੇ ਨਾਲ ਤੁਹਾਡੇ ਮਾੜੇ ਸੰਬੰਧ ਹੈ ਚਾਹੇ ਚੰਗੀ ਵੀ ਸਲਾਹ ਦੇਣ ਤੁਸੀਂ ਉਹਦੀ ਗੱਲ ਇਹ ਕਹੇ ਤਾਂ ਸਾਲਾ ਮੈਂ ਇਹਦੀ ਗੱਲ ਨਹੀਂ ਸੁਣਨੀ। ਹੁਣ ਜੇ ਕੋਈ ਹੁਣ ਭਾਰਤ ਦੇ ਇਹੀ ਤਾਂ ਭਾਰਤ ਕੋਲ ਜਿਹੜੀ ਅੱਛੀ ਚੀਜ਼ ਹੈ ਕਿ ਭਾਰਤ ਦੀ ਗੱਲ ਰੂਸ ਵੀ ਸੁਣ ਲਏਗਾ, ਭਾਰਤ ਦੀ ਗੱਲ ਅਮਰੀਕਾ ਵੀ ਸੁਣ ਲਏਗਾ। ਜੇ ਕੋਈ ਮਤਲਬ ਜਦੋਂ ਲੜਾਈ 'ਚ ਹੁੰਦਾ ਨਾ ਦੋ ਧਿਰਾਂ ਲੜ ਰਹੀਆਂ ਤਾਂ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ, ਜ਼ਾਹਰ ਹੈ ਜੇ ਬੰਦੇ ਦੋ ਵੀ ਲੜਨ। ਹੁਣ ਇੱਕ ਬੰਦਾ ਜਿਹੜਾ ਉਹਨਾਂ ਨੂੰ ਕਹਿੰਦਾ ਯਾਰ ਸ਼ਾਂਤ ਹੋ ਕੇ ਸੋਚੋ, ਤਾਂ ਜਦੋਂ ਗੁੱਸੇ ਦੇ ਵਿੱਚ ਬੰਦਾ ਨਾ ਫਿਰ ਉਹਦੀ ਕ੍ਰੋਧ ਜਿਹੜਾ ਉਹਦੀ ਜਿਹੜੀ ਸੋਚ ਨੂੰ ਪ੍ਰਭਾਵਿਤ ਕਰਦਾ ਹੈਗਾ। ਜੇ ਕੋਈ ਬੰਦਾ ਸਿਆਣਾ ਉਹਨੂੰ ਠੰਡਾ ਕਹੇ ਯਾਰ ਠੰਡੇ ਦਿਲ ਨਾਲ ਸੋਚੋ ਯਾਰ ਲੜਾਈ ਤਾਂ ਤੁਹਾਡੀ ਹੈਗੀ ਹੈ, ਪਰ ਹੁਣ ਇਹ ਤਾਂ ਨਹੀਂ ਕਿ ਸਾਰਾ ਕੁਝ ਤਬਾਹ ਹੀ ਕਰ ਦਿਓ। ਫਿਰ ਉਹ ਹੁਣ ਭਾਰਤ ਇਹ ਕਹਿ ਸਕਦਾ, ਰੂਸ ਨੂੰ ਵੀ ਕਹਿ ਸਕਦਾ, ਅਮਰੀਕਾ ਨੂੰ ਵੀ ਕਹਿ ਸਕਦਾ ਵੀ ਠੀਕ ਹੈ ਲੜਾਈ ਤੁਸੀਂ ਲੜ ਰਹੇ ਹੋ ਭਾਈ, ਪਰ ਸਾਰੇ ਹੀ ਤਬਾਹ ਹੋ ਜਾਣਗੇ, ਇਹ ਤਾਂ ਨਹੀਂ ਨਾ ਠੀਕ ਹੈਗਾ। ਤਾਂ ਇਹ ਗੱਲ ਉਹ ਸੁਣ ਗਈ ਯਾਰ ਗੱਲ ਤਾਂ ਠੀਕ ਹੈ। ਕਿਤਾਬ ਵਿੱਚ ਤੁਸੀਂ ਸਿੱਖ ਫਲਸਫੇ ਦੀ ਗੱਲ ਕੀਤੀ ਹੈ। ਸਿੱਖ ਫਲਸਫੇ ਨੂੰ ਲੈ ਕੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਨੂੰ ਬੈਲੈਂਸ ਕਦੇ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਬੈਲੈਂਸ ਕੀਤਾ ਜਾ ਸਕਦਾ ਹੈ, ਇੱਕ ਪਾਸੇ ਰੂਹਾਨੀਅਤ ਦੂਸਰੇ ਪਾਸੇ ਪਦਾਰਥ ਨੇ, ਇਹ ਕਿਸ ਤਰੀਕੇ ਨਾਲ ਬੈਲੈਂਸ ਹੋ ਸਕਦਾ ਜਾਂ ਸਿੱਖ ਫਲਸਫੇ ਦਾ ਕੀ ਅੱਗੇ ਜਾ ਕੇ ਯੋਗਦਾਨ ਹੋ ਸਕਦਾ ਹੈ? ਸਿੱਖ ਫਲਸਫੇ ਵਿੱਚ ਇਹੋ ਜਿਹੀ ਕਿਹੜੀਆਂ ਗੱਲਾਂ ਲਿਖੀਆਂ ਜਿਸ ਦੇ ਕਾਰਨ ਜੰਗ ਟਾਲੀ ਵੀ ਜਾ ਸਕਦੀ ਹੈ? ਦੁਨੀਆ 'ਚ ਇੱਕੋ ਇੱਕ ਫਲਸਫਾ ਹੈਗਾ ਸਿੱਖ ਫਲਸਫਾ, ਜਿਹੜਾ ਪਦਾਰਥਕ ਪੱਖ ਔਰ ਰੂਹਾਨੀ ਪੱਖ ਦੇ ਵਿੱਚ ਸੰਤੁਲਨ ਦੀ ਗੱਲ ਕਰਦਾ ਹੈ, ਬੈਲੈਂਸ ਦੀ ਗੱਲ ਕਰਦਾ ਹੈ। ਹੋਰ ਜਿਹੜੇ ਸਾਰੇ ਨੇ ਉਹ ਮਤਲਬ ਨਾ ਇੱਕ ਪਾਸੜ ਹੋ ਜਾਂਦੇ ਨੇ ਕਿ ਜਾਂ ਉਹ ਪਦਾਰਥ ਦੀ ਗੱਲ ਕਰ ਰਹੇ ਨੇ ਜਾਂ ਮਤਲਬ ਰੂਹਾਨੀਅਤ ਦੀ ਗੱਲ, ਤੇ ਬੈਲੈਂਸ ਨਹੀਂ ਹੈਗਾ। ਗੁਰੂ ਸਾਹਿਬ ਨੇ ਜਿਹੜਾ ਨੇ ਕਿ ਸਾਨੂੰ ਬੈਲੈਂਸ ਕਰਨਾ ਦੱਸਿਆ ਹੈ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿ ਅਸੀਂ ਕਹਿੰਦੇ ਕਿ ਪਦਾਰਥ ਦੀ ਗੱਲ ਨਾ ਕਰੋ, ਪਦਾਰਥ ਵੀ ਸੱਚਾਈ ਹੈ, ਲੇਕਿਨ ਹੁਣ ਬਾਕੀ ਦੇ ਹੁਣ ਭਾਰਤ ਸਾਡੇ ਤੋਂ ਪਹਿਲਾਂ ਵੀ ਰੂਹਾਨੀਅਤ ਤਾਂ ਹੈਗੀ ਸੀਗੀ, ਲੇਕਿਨ ਉਹ ਕਹਿੰਦੇ ਸੀ ਰੂਹਾਨੀਅਤ ਤਾਂ ਹੀ ਹੁੰਦੀ ਹੈ ਜੇ ਪਦਾਰਥ ਨੂੰ ਛੱਡ ਦਿਓ, ਤਿਆਗ ਦਿਓ। ਜਿਹੜੇ ਸਿੱਧਾਂ ਨਾਲ ਗੁਰੂ ਨਾਨਕ ਦੀ ਗੋਸ਼ਟੀ ਇਹੀ ਹੋਈ ਹੈ ਨਾ ਕਿ ਗੁਰੂ ਨਾਨਕ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਇੱਦਾਂ ਨਹੀਂ ਮਤਲਬ ਦੁਨੀਆ ਚੱਲਦੀ ਕਿ ਤੁਸੀਂ ਦੁਨੀਆ ਨੂੰ ਤਿਆਗ ਦਿਓ, ਦੁਨੀਆ ਦੇ ਵਿੱਚ ਰਹਿ ਕੇ ਤੁਹਾਨੂੰ ਜਿਹੜਾ ਹੈਗਾ ਉਹਦਾ ਬਦਲਾਅ ਕਰਨਾ ਪੈਂਦਾ। ਉਹਨਾਂ ਨੂੰ ਸਿੱਧਾਂ ਨੂੰ ਇਹ ਸਮਝਾਇਆ ਕਿ ਤੁਹਾਡੇ ਵਰਗੇ ਜਿਹੜੇ ਸਿਆਣੇ ਬੰਦੇ ਆ ਉਹ ਵਿੱਚੋਂ ਦੁਨੀਆ ਹੀ ਛੱਡ ਕੇ ਚਲੇ ਜਾਣਗੇ, ਫਿਰ ਦੁਨੀਆ ਨੂੰ ਕੌਣ ਸੰਭਾਲੇਗਾ, ਦੁਨੀਆ ਨੂੰ ਕੌਣ ਬਦਲੇਗਾ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਿੱਖ ਫਲਸਫਾ ਇਹ ਕਹਿੰਦਾ ਹੈਗਾ ਕਿ ਜਿਸ ਤਰ੍ਹਾਂ ਕਮਲ ਹੈ ਉਹ ਕਹੇ ਕਿ ਉਹ ਕਹਿੰਦੇ ਜੀ ਅਸੀਂ ਤਾਂ ਦੁਨੀਆ ਤੋਂ ਬਾਹਰ ਹਾਂ ਕਿ ਚਿੱਕੜ ਲੱਗ ਜਾਏਗਾ ਸਾਨੂੰ। ਗੁਰੂ ਸਾਹਿਬ ਕਹਿੰਦੇ ਜਿਹੜਾ ਕਮਲ ਉਹਦਾ ਖਿੜਦਾ ਹੀ ਚਿੱਕੜ ਦੇ ਵਿੱਚ ਹੈ, ਜੇ ਕਮਲ ਕਹੇ ਮੈਂ ਚਿੱਕੜ 'ਚ ਨਹੀਂ ਰਹਿਣਾ ਤਾਂ ਖਿੜੇਗਾ ਕਿੱਦਾਂ। ਫਿਰ ਇੱਦਾਂ ਹੀ ਗੁਰੂ ਸਾਹਿਬ ਨੇ ਕਿਹਾ ਮੁਰਗਾਬੀ ਦੀ ਉਦਾਹਰਨ ਦਿੱਤੀ ਕਿ ਮੁਰਗਾਬੀ ਜਿਹੜੀ ਹੈ ਉਹ ਮਤਲਬ ਪਾਣੀ 'ਚ ਰਹਿੰਦੀ ਹੈ, ਲੇਕਿਨ ਉਹਦਾ ਖੰਭਾਂ ਨੂੰ ਪਾਣੀ ਨਹੀਂ ਲੱਗਦਾ, ਉਹ ਜਦੋਂ ਚਾਹੇ ਉੱਡ ਕੇ ਜਾ ਸਕਦੀ ਹੈ, ਮਤਲਬ ਪਾਣੀ 'ਚ ਰਹਿ ਕੇ ਵੀ ਆਪਣੇ ਖੰਭ ਗਿੱਲੇ ਨਹੀਂ ਹੋਣ ਦਿੰਦੀ। ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਬੰਦਾ ਸਿਆਣਾ ਉਹ ਹੈ ਵੀ ਜਿਹੜਾ ਸੰਸਾਰ ਦੇ ਵਿੱਚ ਰਹਿ ਵੀ ਰਿਹਾ ਲੇਕਿਨ ਸੰਸਾਰ ਦੀ ਜਿਹੜੀ ਗੰਦਗੀ ਹੈ ਉਹਨੂੰ ਉਹਦੇ ਤੋਂ ਪ੍ਰਭਾਵਿਤ ਨਹੀਂ ਹੁੰਦਾ। ਤਾਂ ਇਹ ਗੱਲ ਸਿੱਧਾਂ ਨੂੰ ਵੀ ਮੰਨਣੀ ਪਈ। ਤਾਂ ਇਹ ਗੱਲ ਹੈਗੀ ਕਿ ਮਤਲਬ ਜਿਹੜਾ ਸਿੱਖ ਫਲਸਫਾ ਹੈਗਾ ਉਹ ਬਹੁਤ ਬੈਲੈਂਸ ਦੀ ਗੱਲ ਕਰਦਾ ਹੈ। ਉਹ ਕਹਿੰਦਾ ਕਿ
ਕਿ ਕੱਲਾ ਜਿਹੜਾ ਪੈਸਾ ਹੈਗਾ, ਗੁਰੂ ਸਾਹਿਬ ਕਹਿੰਦੇ ਕੱਲਾ ਪੈਸਾ ਬੰਦੇ ਨੂੰ ਸੁੱਖ ਨਹੀਂ ਦੇ ਸਕਦਾ। ਜਿਸ ਗ੍ਰਹਿ ਬਹੁਤ ਜਿਸ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੂ ਵਿਵਸਥਾ ਤੇ ਜੋ ਮੁਕਤਾ ਸੋਹੀ ਸੁਹੇਲਾ ਭਾਲੀਏ। ਉਹ ਕਹਿੰਦੇ ਵੀ ਪੈਸਾ ਜਿਹੜਾ ਹੋਏਗਾ, ਜਦ ਪਦਾਰਥ ਹੈ, ਜੇ ਜ਼ਿਆਦਾ ਆ ਜਾਏਗਾ ਤਾਂ ਵੀ ਤੁਹਾਡਾ ਦੁੱਖ ਦਾ ਕਾਰਨ ਬਣੇਗਾ। ਜ਼ਿਆਦਾ ਪੈਸਾ ਤੁਹਾਨੂੰ ਇਹੀ ਫਿਕਰ ਲੱਗਾ ਮੇਰਾ ਕੋਈ ਖੋ ਨਾ ਲਵੇ, ਚਿੰਤਾ ਆਏਗੀ। ਜੇ ਨਹੀਂ ਹੈਗਾ ਤੁਸੀਂ ਕਹਿੰਦੇ ਯਾਰ ਕਿਤੋਂ ਨਾ ਕਿਤੋਂ ਮੈਂ ਇਕੱਠਾ ਕਰਾਂ, ਤੇ ਦੋਨਾਂ ਦੇ ਅਵਸਥਾ ਤੁਹਾਨੂੰ ਅਸਲੀ ਸੁੱਖ ਨਹੀਂ ਮਿਲੇਗਾ। ਸੁੱਖ ਕਿੱਦਾਂ ਮਿਲੇਗਾ? ਦੋਹੂ ਅਵਸਥਾ ਤੇ ਜੋ ਮੁਕਤਾ, ਬੈਲੈਂਸ ਕਰਕੇ, ਬੈਲੈਂਸ ਦੇ ਨਾਲ ਜਿਹੜਾ ਸੁੱਖ ਮਿਲਦਾ ਹੈਗਾ। ਹੁਣ ਇਹ ਸੰਕਲਪ ਜਿਹੜਾ ਹੈਗਾ ਇਹ ਸਿਰਫ ਸਿੱਖ ਫਲਸਫੇ 'ਚ ਹੀ ਹੈਗਾ, ਜਿਹੜਾ ਸਪਸ਼ਟ ਤੌਰ 'ਤੇ। ਤੋ ਇਸ ਕਰਕੇ ਸਿੱਖ ਫਲਸਫਾ ਅੱਜ ਦੀ ਦੁਨੀਆ ਨੂੰ ਲੋੜ ਹੈ ਕਿ ਮੈਂ ਇਹ ਕਿਤਾਬ ਤਾਂ ਹੀ ਲਿਖੀ ਸੀ ਕਿ ਦੇਖੋ ਇਹ ਜਿਹੜਾ ਹੁਣ ਦਾ ਸਿਸਟਮ ਹੈ ਇਹ ਕਹਿੰਦਾ ਕਿ ਸਿਰਫ ਪਦਾਰਥ ਦੇ ਵਿੱਚੋਂ ਹੀ ਸੁੱਖ ਲੱਭਦਾ ਹੈ ਜੀ। ਤੇ ਜਿਹੜੇ ਸਾਡੇ ਪਹਿਲੇ ਜਿਹੜੇ ਸਪਿਰਿਚੁਅਲ ਲੋਕ ਸੀਗੇ ਉਹ ਕਹਿੰਦੇ ਸੀ ਪਦਾਰਥ ਛੱਡ ਕੇ ਸੁੱਖ ਲੱਭਦਾ। ਲੇਕਿਨ ਸਿੱਖ ਫਲਸਫਾ ਇੱਕ ਫਲਸਫਾ ਹੈ, ਉਹ ਕਹਿੰਦਾ ਨਹੀਂ, ਨਾ ਪਦਾਰਥ ਛੱਡਣ ਦੀ ਲੋੜ ਹੈ ਨਾ ਸਪਿਰਿਚੁਅਲਿਟੀ ਛੱਡਣ, ਦੋਨੋਂ ਪੱਖ ਨੂੰ ਬਰਾਬਰ ਦਾ ਬੈਲੈਂਸ ਕਰਨ ਦੀ ਲੋੜ ਹੈ। ਇਹ ਜਿਹੜੀ ਇੱਕ ਵਿਲੱਖਣਤਾ ਹੈ ਸਿੱਖ ਫਲਸਫੇ ਦੀ, ਜਿਸ ਦੀ ਅੱਜ ਦੁਨੀਆ ਨੂੰ ਲੋੜ ਹੈ। ਅੱਛਾ ਸਰ, ਹੁਣ ਯੂਕਰੇਨ ਦੀ ਉੱਥੇ ਜੰਗ ਹੋਈ ਹੈ ਤੇ ਦੂਸਰੇ ਪਾਸੇ ਕੀ ਹੁਣ ਅੱਜ ਦੇ ਦੇਸ਼ ਕੀ ਸੋਚਦੇ ਨੇ ਕਿ ਉਹ ਰੂਹਾਨੀਅਤ ਵਾਲੇ ਪਾਸੇ ਚਲੇ ਗਏ ਨੇ ਕਿ ਉਹ ਪਦਾਰਥ ਉੱਤੇ ਹੀ ਡਿਪੈਂਡ ਨੇ? ਨਹੀਂ, ਗੱਲ ਤਾਂ ਹੈ ਨਾ ਕਿ ਗੁਰੂ ਸਾਹਿਬ ਤਾਂ ਕਹਿੰਦੇ ਇੱਕ ਪਾਸੇ ਹੋ ਹੀ ਨਹੀਂ ਤੁਸੀਂ ਸਕਦੇ। ਤੁਹਾਨੂੰ ਹੁਣ ਬਾਕੀ ਦੇਸ਼ ਕਿੱਥੇ ਲੱਗਦੇ ਤੁਹਾਨੂੰ? ਇੱਕ ਪਾਸੇ ਨੇ ਕਿ ਲੱਗਦਾ ਕਿ ਬੈਲੈਂਸ ਹੋ ਕੇ ਚੱਲਦੇ ਨੇ? ਇਸ ਵੇਲੇ ਤਾਂ ਜ਼ਾਹਰ ਹੈ ਕਿ ਲੋਕ ਪਦਾਰਥ ਵੱਲ ਜ਼ਿਆਦਾ ਝੁਕੇ ਹੋਏ ਨੇ, ਤਾਂ ਲੇਕਿਨ ਉਹਨੂੰ ਬੈਲੈਂਸ ਕਰਨ ਦੀ ਲੋੜ ਹੈ ਨਾ। ਇਹੀ ਤਾਂ ਲੋਕਾਂ ਨੂੰ ਮਤਲਬ ਭਾਰਤ ਇੱਕ ਜਨਮ ਭੂਮੀ ਹੈਗੀ ਜਿੱਥੋਂ ਜੇ ਆਪਾਂ ਕਹੀਏ ਨਾ ਕਿ ਭਾਰਤ ਦੀ ਦੁਨੀਆ ਨੂੰ ਸਭ ਤੋਂ ਵੱਡੀ ਦੇਣ ਹੈ ਕਿ ਇੱਥੋਂ ਮਤਲਬ ਸਪਿਰਿਚੁਅਲ ਬੇਸ ਦੁਨੀਆ ਦਾ ਇੱਥੋਂ ਬਣਿਆ ਹੈਗਾ। ਸਾਰੀ ਸਪਿਰਿਚੁਅਲਿਟੀ ਇੱਥੋਂ ਨਿਕਲੀ ਹੈਗੀ, ਚਾਹੇ ਵੇਦ ਸੀਗੇ, ਚਾਹੇ ਬੁੱਧ ਸੀਗਾ, ਚਾਹੇ ਗੁਰੂ ਗ੍ਰੰਥ ਸਾਹਿਬ ਆਏ, ਮਤਲਬ ਜਿਹੜੇ ਸਿਖਰ 'ਤੇ ਲੈ ਗਏ। ਤਾਂ ਅਸੀਂ ਇਹ ਦੁਨੀਆ ਨੂੰ ਸਮਝਾ ਸਕਦੇ ਹਾਂ ਕਿ ਸਪਿਰਿਚੁਅਲਿਟੀ ਅਸਲ 'ਚ ਹੁੰਦੀ ਕੀ ਹੈ। ਤਾਂ ਅੱਜ ਵੀ ਭਾਰਤ ਦੁਨੀਆ ਨੂੰ ਇਹ ਸਮਝਾ ਸਕਦਾ ਹੈ ਕਿ ਅਸੀਂ ਇੱਕ ਪਾਸੇ ਜਿਹੜਾ ਪਦਾਰਥ ਵੱਲ ਹੋਏ ਹਾਂ ਉਹਦੇ ਨਾਲ ਵਿਨਾਸ਼ ਹੋਏਗਾ, ਇਹਨੂੰ ਬੈਲੈਂਸ ਕਰਨ ਦੀ ਲੋੜ ਹੈ। ਤਾਂ ਇਹ ਜਿਹੜਾ ਉਹਦੇ 'ਚ ਇਸ ਸੰਦਰਭ ਦੇ ਵਿੱਚ ਮੈਂ ਸਿੱਖ ਤੋਂ ਮੇਰਾ ਮਤਲਬ ਇਹੀ ਸੀ ਜਿਹੜੀ ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲੇ ਲੋਕ ਕਹਿਣਗੇ। ਮੇਰਾ ਆਖਰੀ ਸਵਾਲ ਹੈ ਕਿ ਲੱਗਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਜੋ ਵੀ ਸਮਝਦਾ, ਪੜ੍ਹ ਕੇ ਜੋ ਸਮਝਦਾ, ਲੱਗਦਾ ਵੀ ਉਹ ਫਿਰ ਬੈਲੈਂਸ ਚੀਜ਼ ਹੋ ਸਕਦੀ ਹੈ ਇਸ ਚੀਜ਼ ਦੇ ਨਾਲ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਪੜ੍ਹ ਲਵੇ ਕਿ ਉਹ ਵਿਅਕਤੀ ਬੈਲੈਂਸ ਕਰਨ ਵਾਲੇ ਪਾਸੇ ਜਾਂਦਾ, ਚਾਹੇ ਕੋਈ ਵੀ ਹੈ ਪੂਰੀ ਦੁਨੀਆ 'ਚ। ਇਹ ਤਾਂ ਗੁਰੂ ਗ੍ਰੰਥ ਸਾਹਿਬ ਸੁਣਿਆ ਹੀ ਇਹ ਹੈਗਾ ਕਿ ਬੰਦਾ ਜਿਹੜਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਸੰਤੁਲਨ ਲਿਆਵੇ, ਬੈਲੈਂਸ ਲਿਆਵੇ, ਕਿ ਦੋਨੋਂ ਜੀਵਨ ਦੇ ਜਿਹੜੇ ਪੱਖ ਹੈ। ਕਿਉਂਕਿ ਜਿਹੜਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਿਹੜਾ ਇਹਦਾ ਸਿਧਾਂਤ ਹੈ ਬੈਲੈਂਸ ਦਾ ਸਿਧਾਂਤ ਹੈ। ਕਿਰਤ ਕਰਨੀ, ਕਿਰਤ ਜ਼ਾਹਰ ਹੈ ਕਿ ਪਦਾਰਥ 'ਤੇ ਕਿਰਤ ਹੋਏਗੀ ਨਾ, ਕਿਰਤ ਵੀ ਜਿਹੜੀ ਹੈ, ਲੇਕਿਨ ਨਾਮ ਵੀ ਜਪਣਾ ਜਿਹੜਾ, ਅਤੇ ਫਿਰ ਜਿਹੜਾ ਕਿਰਤ ਅਤੇ ਨਾਮ, ਅਤੇ ਫਿਰ ਸਾਰਿਆਂ ਨਾਲ ਜਿਹੜਾ ਜੋ ਵੀ ਨਤੀਜਾ ਨਿਕਲ ਸਾਂਝਾ ਕਰਨਾ, ਜੋ ਸਾਡਾ ਉਹਦਾ ਫਲ ਮਿਲਦਾ ਹੈਗਾ ਉਹਨੂੰ ਸਾਰਿਆਂ 'ਚ ਵੰਡਣਾ। ਇਹ ਜਿਹੜਾ ਬਹੁਤ ਵਧੀਆ ਜਿਹੜਾ ਸੰਕਲਪ ਹੈ ਨਾ, ਜਿਹੜਾ ਸਿੱਖ ਧਰਮ ਜਿਹੜੇ 3 ਸਿਧਾਂਤ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕਣ ਦਾ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਡਾਕਟਰ ਸਵਰਾਜ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹ ਸੀ, ਕਿਤਾਬ ਨੂੰ ਲੈ ਕੇ ਵੀ ਚਰਚਾ ਹੋਈ ਹੈ ਅੱਜ, ਅਤੇ ਦੂਜੇ ਪਾਸੇ ਯੂਕਰੇਨ ਅਤੇ ਰੂਸ ਦੀ ਲੜਾਈ ਲੱਗੀ ਹੋਈ ਹੈ, ਉਸ ਨੂੰ ਲੈ ਕੇ ਵੀ ਚਰਚਾ ਹੋਈ ਹੈ। ਸਵਰਾਜ ਸਿੰਘ ਕਹਿੰਦੇ ਸੀ ਕਿ 9 ਮਈ ਨੂੰ ਹੋ ਸਕਦਾ ਹੈ ਕਿ ਰੂਸ ਕਹਿ ਦੇਵੇ ਅਸੀਂ ਜਿੱਤ ਗਏ ਹਾਂ, ਕਿਉਂਕਿ 9 ਮਈ 1945 ਨੂੰ ਜਰਮਨ ਦੇ ਉੱਤੇ ਜਿੱਤ ਹਾਸਿਲ ਕੀਤੀ ਸੀ ਰੂਸ ਨੇ। ਤਾਂ ਵਾਕਈ ਦੁਨੀਆ ਜੋ ਹੈ ਉਹ ਰੂਹਾਨੀਅਤ ਨੂੰ ਛੱਡ ਕੇ ਪਦਾਰਥ ਵਾਲੇ ਪਾਸੇ ਜਾ ਰਹੀ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਬੈਲੈਂਸ ਹੋ ਕੇ ਚੱਲਣਾ ਪੈਂਦਾ। ਇੱਕ ਪਾਸੇ ਨਹੀਂ ਜਾ ਸਕਦੇ, ਪੂਰੀ ਰੂਹਾਨੀਅਤ ਵਾਲੇ ਪਾਸੇ ਨਹੀਂ ਜਾ ਸਕਦੇ, ਕਿਉਂਕਿ ਰੂਹਾਨੀਅਤ ਵਾਲੇ ਪਾਸੇ ਜਾਵਾਂਗੇ ਤਾਂ ਸਾਨੂੰ ਆਪਣਾ ਘਰ ਵੀ ਛੱਡਣਾ ਪੈਂਦਾ। ਜੇ ਪਦਾਰਥ ਵਾਲੇ ਪਾਸੇ ਜਾਵਾਂਗੇ ਤਾਂ ਦੂਸਰੇ ਪਾਸੇ ਸਾਨੂੰ ਰੂਹਾਨੀਅਤ ਵੀ ਛੱਡਣੀ ਪੈਂਦੀ ਹੈ। ਤਾਂ ਬੈਲੈਂਸ ਕਰਕੇ ਦੱਸਿਆ ਗਿਆ ਕਿ ਫਲਸਫਾ ਜੋ ਹੈ ਸਿੱਖ ਫਲਸਫਾ ਜੋ ਹੈ ਪੂਰੀ ਦੁਨੀਆ ਦੇ ਵਿੱਚ ਇਸ ਤਰੀਕੇ ਨਾਲ ਜਾਵੇਗਾ ਤਾਂ ਲੋਕਾਂ ਨੂੰ ਸਹੀ ਦਿਸ਼ਾ ਮਿਲੇਗੀ।